मेरे सतगुरु पूरे देख तुम्हारा दर्शनो, मेरा मन धीरे तू सुल्तान कहाँ मियाँ, तेरी कवनों वडाई जो तुम देही सो कहाँ सुअमी, मैं मूर्ख कहन ना जाई, जो तुम देही सो कहाँ सुअमी, मैं मूर्ख कहन ना जाई। ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਸੱਚੇ ਪਾਤਸ਼ਾਹ ਦੀਆਂ ਪਵਿੱਤਰ ਵਿਚਾਰਾਂ ਦੇ ਨਾਲ ਆਪਣੇ ਅਧਿਆਤਮਿਕ ਜੀਵਨ ਨੂੰ ਸ਼ਿੰਗਾਰ ਰਹੇ ਸਤ ਸੰਗੀ ਪਿਆਰਿਓ, ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਪਾਈਏ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜਸਪਾਲ ਸਿੰਘ ਜੀ ਹੋਰਾਂ ਵੈਸੇ ਤਾਂ ਇਹ ਗੱਲ ਕਹੀ ਹੈ, ਪਰ ਮੈਂ ਕੋਈ ਖਾਸ ਵਿਸ਼ਾ ਨਹੀਂ ਛੇੜਿਆ, ਪਰ ਫਿਰ ਵੀ ਸਿੱਖ ਇਤਿਹਾਸ ਦੀ ਫੁਲਵਾੜੀ ਦੇ ਵਿੱਚੋਂ ਬੜੇ ਚੋਣਵੇਂ ਗੁਰਸਿੱਖਾਂ ਦੇ ਜੀਵਨ ਦੇ ਉੱਤੇ ਝਾਤ ਪਾ ਕੇ ਗਏ। ਇੱਕ ਇੱਕ ਗੱਲ ਬੜੇ ਲੰਮੇਰੇ ਤੱਤ ਦੀ ਗੱਲ ਉਹ ਕਰਕੇ ਗਏ ਨੇ। ਮੈਂ ਕਦੇ ਸੰਗਤ ਵਿੱਚ ਆਪਣੀਆਂ ਗੱਲਾਂ ਨਹੀਂ ਕੀਤੀਆਂ, ਕੋਸ਼ਿਸ਼ ਕਰੀ ਦੀ ਹੈ ਵਿੱਚ ਜਿਤਨਾ ਵਕਤ ਮੈਨੂੰ ਮਿਲਦਾ ਹੈ ਮੈਂ ਗੁਰੂ ਦੀ ਜਾਂ ਇਤਿਹਾਸ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਸਕਾਂ। ਪਰ ਅੱਜ ਮੈਂ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਦੇ ਕੇ ਗੱਲ ਸ਼ੁਰੂ ਕਰਨੀ ਚਾਹੁੰਦਾ। 1986 ਦੇ ਵਿੱਚ ਦਾਸ ਨੇ ਕਥਾ ਦੀ ਸ਼ੁਰੂਆਤ ਕੀਤੀ। 83 ਤੋਂ 86 ਤੱਕ ਮੈਂ ਪੜ੍ਹਿਆ। 86 ਵਿੱਚ ਕਥਾ ਦੀ ਸ਼ੁਰੂਆਤ ਕੀਤੀ, ਉਦੋਂ ਨਹੀਂ ਸੀ ਪਤਾ, ਪਰ 88 ਤੱਕ ਸਾਰਾ ਕੁਝ ਪਤਾ ਲੱਗ ਗਿਆ ਸੀ। ਸਾਡੀ ਕੌਮ ਦੇ ਹਾਲਾਤ, ਸਾਡੀ ਕੌਮ ਦੀਆਂ ਦੁਸ਼ਵਾਰੀਆਂ। ਉਦੋਂ ਤੋਂ ਹੀ ਮੈਂ, ਮੇਰਾ ਖਿਆਲ ਹੈ ਵੀ ਸੈਂਕੜੇ ਕਮੇਟੀਆਂ ਨੂੰ ਬੇਨਤੀ ਕੀਤੀ, ਸੈਂਕੜੇ ਕਮੇਟੀਆਂ ਨੂੰ ਬੇਨਤੀ ਕੀਤੀ, ਜਿਨ੍ਹਾਂ ਮੁਲਕਾਂ 'ਚ ਗਏ, ਬਹੁਤ ਉੱਚੀਆਂ ਕਮੇਟੀਆਂ ਨੇ। ਤੇ ਤੁਸੀਂ ਐਸਾ ਕਿਉਂ ਨਹੀਂ ਕਰਦੇ? ਸਾਡੀ ਕੌਮ ਦਾ ਨਿੱਤ ਦਿਹਾੜੇ ਕਰੌਲਾ ਰਹਿੰਦਾ। ਕਿਸੇ ਨੂੰ ਬੁਲਾ ਕੇ ਤੁਸੀਂ 10 ਪਾਤਸ਼ਾਹੀਆਂ ਦਾ ਇਤਿਹਾਸ ਇੱਕ ਮਹੀਨੇ 'ਚ, 10 ਮਹੀਨਿਆਂ 'ਚ 10 ਪਾਤਸ਼ਾਹੀਆਂ ਦਾ ਹੋ ਜਾਣਾ। 11ਵਾਂ ਗੁਰੂ ਗ੍ਰੰਥ ਸਾਹਿਬ ਜੀ ਦਾ 1 ਮਹੀਨਾ ਇਹਦਾ ਲਾ ਲਓ, 1 ਮਹੀਨਾ ਆਪਣੇ ਇਤਿਹਾਸ ਦਾ ਲਾ ਲਓ। ਸਾਡਾ 1 ਸਾਲ ਦੇ ਵਿੱਚ ਟੋਟਲੀ ਕੌਮ ਦਾ ਮਸਲਾ ਹੱਲ ਹੁੰਦਾ ਤੇ ਉਹ ਨੈੱਟ 'ਤੇ ਪਿਆ ਹੋਵੇ, ਜਿਹਨੇ ਦੇਖਣਾ ਹੈ ਉਹਨੂੰ ਆਊਟਲਾਈਨ ਜੀ ਮਿਲ ਜਾਏਗੀ। ਆਹ ਸਿੱਖੀ ਦਾ ਸਟਰਕਚਰ ਹੈ ਤੇ ਆਹ ਸਿੱਖੀ ਦੀ ਵਿਚਾਰਧਾਰਾ ਹੈ, ਇਸ ਸਿਧਾਂਤ ਹੈ। ਪਰ ਮੈਂ ਬੇਨਤੀ ਕਰਾਂ ਵੀ 1988 ਤੋਂ ਮੈਂ ਲੈ ਕੇ ਹੁਣ ਤੱਕ ਮੈਨੂੰ ਨਹੀਂ ਕਿਸੇ ਕਮੇਟੀ ਨੇ ਰਿਸਪੌਂਸ ਦਿੱਤਾ ਵੀ ਅਸੀਂ ਭਾਈ ਸਾਹਿਬ ਜੀ ਇਸ ਪਾਸੇ ਧਿਆਨ ਦਿਆ। ਇਤਨਾ ਨੇ ਮੇਰਾ ਸਮਾਂ ਲੰਘ ਗਿਆ। ਮੈਂ ਤੁਹਾਡੇ ਕੋਲ ਬਹੁਤ ਘੱਟ ਆਇਆ। ਸਰਬਜੀਤ ਸਿੰਘ ਜੀ ਹੋਰਾਂ ਦੇ ਵੇਲੇ ਉਦੋਂ ਆਇਆ ਸੀ, ਇਹ ਉਹਨਾਂ ਨੇ ਬੂਟੇ ਲਾਏ ਹੋਏ ਸਮਝ ਲਓ। ਤੇ ਉਸ ਤੋਂ ਬਾਅਦ ਵਿੱਚ ਮੇਰਾ ਸਮਾਂ ਮੈਂ ਨਹੀਂ ਆ ਸਕਿਆ ਤੇ ਹੁਣ ਫਿਰ ਇਸ ਵਾਰੀ ਲੰਮੇਰਾ ਸਮਾਂ ਲਾਉਣ ਦਾ ਮੌਕਾ ਮਿਲਿਆ ਤੇ ਕਈ ਬਾਣੀਆਂ ਦੀ ਕਥਾ ਤੁਹਾਡੇ ਨਾਲ ਸਾਂਝੀ ਕਰਨ ਦਾ ਮੌਕਾ ਮਿਲਿਆ। ਗਿਆਨੀ ਜਸਪਾਲ ਸਿੰਘ ਜੀ ਹੋਰੀ, ਮੈਂ ਇਹ ਕਹਿ ਸਕਦਾ ਵੀ ਉਹ ਬੜਾ ਦਰਦ ਰੱਖਦੇ ਨੇ ਇਸ ਗੱਲ ਦਾ। ਅਸੀਂ ਸ਼ਾਮੀ ਘੁੰਮਦੇ ਤੇ ਬੜੀਆਂ ਇਸ ਤਰ੍ਹਾਂ ਦੀਆਂ ਵਿਚਾਰਾਂ ਚੱਲਦੀਆਂ ਵੀ ਸਾਨੂੰ ਕੀ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ, ਸਾਡੀ ਯੰਗ ਜਨਰੇਸ਼ਨ, ਸਾਡੇ ਬੱਚੇ ਕਿੱਧਰ ਜਾ ਰਹੇ। ਤਾਂ ਮੈਂ ਅੱਜ ਵੀ ਤੁਹਾਡੇ ਅੱਗੇ ਬਹੁਤ ਸਿਆਣੇ ਬੈਠੇ ਹੋ, ਮੈਂ ਬੇਨਤੀ ਕਰਕੇ ਚੱਲਿਆ, ਤੁਸੀਂ ਕਿਸੇ ਵੀ ਤਰੀਕੇ ਨਾਲ
अपने विरसे में जरूर संभालियो। अज देखो ग्रंथों का इतिहास का सारा रौला पै रहा है। जे साडे कोल एक चीज़ होवे भई आ एक साडी कसवट्टी है तो वेख लो, तो मैनूं पूरी आस है भी असीं किसी नतीजे ते पहुँच सकते। मैनूं माफ़ करियो, अज मैं 7-8 मिनट तुहाडे इस पासे खर्चे ने, वो इसलिए भी साडा एक कौमी दर्द है, हो सकदा आपां इकट्ठे उहनूं हल कर सकीए। हुण मैं गल शुरू करनी चाहुंदा। धन गुरु नानक साहब सच्चे पातशाह जी महाराज, उन्होंने महान वडियाई सानू इयों कह लेना चाहिए, ज्ञान ध्यान किस कर्म ना जाना, सार ना जाना तेरी, सब ते वड्डा सतगुरु नानक जिन कर राखी मेरी। जिन्होंने कुछ समा भी उन्होंने कोल रह के इस शबों नूं मानिया, वो बड़िया अदुੱਤੀ गाथावां इतिहास में पैदा कर गए। संसार के अंदर एक रीत सी भी 3 बंदे कदे लाभ नहीं लेंगे। एक परिवार विचों एक दुश्मन, एक जिहड़ा अत दा कोई भी मनुख होवे जिहड़ा समझ ना रखता होवे, ये 3 बंदे कदे लाभ नहीं लिया करते। परिवार भी नहीं कदे लाभ लेगा, उन्होंने अपना बच्चा ही लगता है। बेबे नानकी तो 5 साल गुरु नानक साहब छोटे ने, पर किहो जी बिरती बेबे नानकी जी होगी, उन्होंने ख्याल कदे भी नहीं आया। माता त्रिवदा का जिहड़ा नगर है वो चाहल पिंड है, लाहौर के लागे है। इन्हां दे पिता जी का नाम भाई रामा जी ते माता जी का नाम माता भराई जी। इन्हां दे घर 2 बच्चे ने, 3 ने वैसे। एक का नाम है माता तृप्ता, एक भरा है उसका नाम है कृष्णा जी। गुरु नानक साहब जी के मामा जी का नाम कृष्णा जी है। सौखा करते हैं, गुरु नानक साहब जी के नाना जी का नाम भाई रामा जी है। गुरु नानक साहब जी की नानी का नाम माता भराई जी है। गुरु नानक साहब के मामा जी का नाम भाई कृष्णा जी है। गुरु नानक साहब जी की मासी का नाम माता लखो है। ये उन्होंने नानक का परिवार है। इस परिवार विच माता तृप्ता जी कुखों जिहड़े जिस पहले बच्चे ने जन्म लिया है उसका नाम बेबे नानकी है। 1464 गुरु नानक साहब जी तो 5 साल पहला नानके घर में जन्म होया। मामा कृष्णा जी नूं ते नाना रामा जी नूं बहुत प्यारी सी, ते उन्होंने इस लाड़ प्यार विच उन्हां दा नाम नानकी रख दिता। नानकियां नूं प्यारी नहीं सी पता उदों इस नानकी के नाम विचों सिक्खी का महल पैदा होना नहीं सी एहसास। घर आ गए, थोड़े समय बाद बेबे नानकी ने घरे खेडना। जो अज समा काफ़ी बदल गया है, पर फिर भी अजे साडी सोच कोई बहुती तरक्की नहीं की। 21वीं सदी की जोने हैं, हाले भी जिन्हां दे घर लड़कियां होंदियां ने उन्होंने घर लड़के नूं बड़ी बेसबरी नाल उड़ीकिया जाता है। अज भी साडे समाज विच ये भुख बरकरार है। तो कुदरती गल है, बेबे नानकी के घर इस गल की उड़ीक है भाई किसी दूजे बच्चे का जन्म होवे ते वो बच्चा जिहड़ा है वो लड़का रूप च होवे ते बहुत ही खुशी मनाई जाएगी। आखिर समा आया जदों धन गुरु नानक साहब सच्चे पातशाह का प्रकाश होया। गल तो निक्की जी करके गई, पर उसका असर होता है। दौलतां दाई गल तो निक्की जी करके गई है। जिस बच्चे ने जन्म लिया वो कोई आम नहीं है, निहाल हो गई। उन्हें कोई धन दौलत किसी किस्म की मन में कामना सारी संपूर्ण हो गई। ते ये गल बेबे नानकी ने सुन ली। सुनते आप भी लेने, पर प्यार वाले सुन के यकीन करना
ये बड़ा औखा है। बेबे नानकी नूं अपने भरा दे पहले दिलारां विचों ही इउं लग्गिया भी दौलतां दाई बड़ी कीमती गल करके गई है। बेबे नानकी भी 5 साल ही वड्डी सी ते कुदरती गल है उन्होंने उस वेले गुरु नानक साहब नूं घटाउणा, प्यार करना ते जिहड़े बचपन दे कुछ समा है वो बेबे नानकी नाल ही गुजरिया। ते गुरु नानक साहब जी की एक एक गल तो बेबे नानकी प्रभावित है। गुरु नानक साहब ने कदे कोई रोके चीज़ ना मंगनी, गुरु नानक साहब सच्चे पातशाह ने कभी किसी गलों जिद ना करनी। उठी आप नारायण कलाकार जग में परवरियो बड़ी अवस्था है, पर बेबे नानकी ये गल्लां नोट कर रही है, वो देख रही है भी जिहड़ियां सारियां गल्लां ने ये दौलतां दाई दीयां कईयां होईयां गल्लां दे विचों सच प्रगट हुंदा है। समा बतीत होया, उस तो बाद में धन गुरु नानक साहब सच्चे पातशाह जी महाराज ने जब पढ़न पाउण लगे, उदों भी जो उन्हें उस्तादा ने आके गल दसी, बेबे नानकी नूं ये गल फिर चंगी लगी भी जे किसी दौलतां की गल नहीं रहेगी, ये तो अज दे पढ़े सियाणे दाने पुरखों के उत्ते भी प्रभाव पाउंदा है। मन में विश्वास पक्का होंदा चला गया, ये मेरा कल्ला वीर नहीं है, ये तो कोई रब्बी रूह है। मैनू मान प्राप्त होया भी मेरी भैन है, मैनू मान प्राप्त होया भी मेरी भैन है। अगे चल के बेबे नानकी ने गुरु नानक साहब सच्चे पातशाह जी महाराज को जिस दिन जनेऊ पाउण लगे, उस दिन भी शिंगारी हुई चौकी ते लिया के आप बिठाया। और इस गलों भी हैरान है, बेबे नानकी एक गल पुछती कह लगी वीरा, जदों जनेऊ नहीं सी पहनना तो पहले कह देंदे इन्ना खर्चा किया, आप इन्ना सारा कुछ किया है, तो गल पहली कर लेंगे। गुरु नानक साहब ने बड़ी गजब की गल कही सी, कह लगे भैने जे पहला गल करते वो केवल अपने विच रह जानी सी। मैं समाज नूं दसना चाहुंदा सी भई धार्मिक चिन्हां दे पिछे भी एक सिद्धांत है, जे उस सिद्धांत नूं नहीं समझिया फिर ये जनेऊ भी केवल एक पखंड बन के रह जाएगा। बेबे नानकी के द्वारा भी गुरु साहब जी गल कर रहे हैं। अगे चलिए, ये भाई वीर सिंह ने बड़ी प्यारी बात लिखी है। कहते जदों गुरु नानक साहब सच्चे पातशाह जी महाराज सच्चा सौदा करके आए ने, उदों मेहता कालू जी ते बड़े तड़फे हुए। गुरु नानक साहब जी बाहर बैठ के ते बड़े तड़फे हुए बाहर गए ने। जदों बाहर गए तो बेबे माता तृप्ता एक आवाज बढ़ती है, कह लगी नानकी जल्दी जा, तेरा वीरा बाहर बैठा है ते अज तेरा पिता बड़ा गुस्से में गया है, किते कोई ऐसा कारण ना बन जाए तो भज के जा। मैनू पता तेरिया गल्लां विचों ताकत है, तू उसनूं संभाल सकनी है। याद रखियो जे गुरबाणी में एक वचन है बड़ा प्यारा, साहब आखते ने कहते दुनिया के अंदर माए बाप को बेटा नीका, माता पिता चाहते ने साडा बच्चा बहुत सियाना होवे। सौहरे चतर जवाई जिहड़ा सौहरा घर है वो चाहते ने भी साडा जवाई इन्ना चतर होवे, गल गल ते जवाब देवे, हर गल दे विचों तिखा होवे। माए बाप को बेटा नीका, सौहरे चतर जवाई, बाल कन्या को बाप प्यारा, भाई को अत भाई। कहते बाल कन्या नूं बाप बड़ा प्यारा होता है। आप घर गृहस्थी च भी आम देख सकते, धी का अपने बाप नाल बड़ा प्यार होएगा। ते बेबे नानकी गई, उदों तक गुरु नानक साहब जी दे एक चपेड़ मेहता कालू ने चेहरे ते लाई है। जदों दूजी को चुकन लगे, उस वेले बेबे नानकी ने जाके गलवकड़ी पा ली, कह लगी ना तेरी अख पहचानती नहीं है, गुरु नानक नूं तेरी अख पहचानती नहीं है। भाई वीर सिंह की जिहड़ी गल मैं कह लगा सां, भाई वीर सिंह कहते ने बेबे नानकी
तेरी गलवकड़ी दे विच किड्डा सुख होवेगा। बेबे नानकी तेरी गलवकड़ी विच किड्डा रब दा आनंद दिता होवेगा। मेहता कालू दा अठ दा तपिया होया मन भी उन्हें शांत सुभाव कर दिता। दोबारे फिर नहीं झगड़ा होया। बेबे नानकी जवान सी, उन्होंने समयां दे विच विद्या पढ़न का बहुता वक्त इस्त्रियां नूं बच्चियां नूं नहीं सी मिलता। तो कुदरती गल है बेबे नानकी दे बाहर जाके विद्या लैण का कोई जिक्र इतिहास में नहीं आया, पर इत्थों ही स्पष्ट है। मैं अगे जाके तुहाडे नाल गल साझी करांगा। जिन्ने भी रिश्ते ने मैं सिर्फ एक इशारा देन लगा है, जे वो धी बनी तो मुकम्मल धी बनी। अगे जाके मैं गल करना है, जे वो भैन बनी तो दुनिया च मिसाल कायम कर दी भी भैन भरा का प्यार इहो जिहा भी हो सकता है। जे वो पत्नी बनी तो भाई जयराम दे कोलों अपने पति कोलों ये गल कहा लैनी भई मेरा जी करदा तू मेरी पत्नी ना होवे, नानकी तू मेरी पत्नी ना होवे, मेरा जी करदा मैं तेरे पैरों ते हथ ला दियां। एडा उच्चा रुतबा बेबे नानकी ने पत्नी बन के भी पाया। ते जे भरजाई ननान बनी अपनी भरजाई को किस तरीके सामभिया, जे भूआ बनी अपने भतीजिया किवें सामभिया। इत्थे ही बस नहीं, जे वो उन्हें जिंदगी के किसी भी रिश्ते को निभाया है तो उन्हें बड़ी ध्यानदारी नाल निभाया। मैं अगे जाके तुहाडे नाल गल साझी करना। मैं सिर्फ इन्नी बेनती कर रहा सा, धी बनी ते इहो जी धी बनी जिन्हें घर गृहस्थी के हर काम नूं सिखिया। राय बुलार गुरु नानक साहब का सेवक बन चुका होया। राय बुलार दे कोल सुल्तानपुर लोधी तो, सुल्तानपुर लोधी बहुत बड़ा शहर सी। ये 32 मार्केटां सी, 32 ये बाजार सी। याद रखिए सुल्तानपुर लोधी का दारा शकोह ते औरंगजेब पढ़िया होया है। उदों मुगलों के बच्चे इत्थे पढ़न आया करते सन। सुल्तानपुर लोधी ये बहुत ज़्यादा उस वेले का मशहूर शहर है। ते उदों सुल्तानपुर लोधी के विचों भाई जयराम बेबे नानकी दे सौहरे का नाम भाई परमानंद है। परमानंद का पुत्र भाई जयराम राय बुलार को आया हुआ है। राय बुलार के मन में विचार बनी भाई लड़का देखने को बड़ा सोहना है, जे किते मैं गल करा नानकी के रिश्ते की तो उन्होंने गल की। हरपाल सिंह पन्नू ने किताब लिखी हुई है, ਉਹਦੇ ਵਿੱਚ एक पत्थर तो ਉਹਦੇ ਵਿੱਚ एक कोहे नूर हीरा राय बुलार का जिक्र है। तो राय बुलार के घर बैठ के बुला के इधरले पासे भाई जयराम बैठे ने, गुरु नानक साहब जी बैठे ने, ते नाल मेहता कालू जी ने। इन्हों सारिया ने इकट्ठे होकर राय बुलार के घर बेबे नानकी का रिश्ता होया। गल प्रवान हो गई। धन गुरु नानक साहब सच्चे पातशाह जी महाराज ने सारा प्रबंध किया। बेबे नानकी की शादी हुई तो धन गुरु नानक साहब सच्चे पातशाह जी उन्होंने नाल गए जो भरा नाल जांदा है। उस तो बाद विच जदों सुल्तानपुर लोधी रहे तो गुरु नानक साहब जी का वापस आ गए, पर घर में विचारों का टकरा इस सबनों के परिवारों में होंदा। मैं बेनती करा सबनों के परिवारों में होंदा। एक वक्त ऐसा होंदा है पिता सोचता कि मेरी औलाद आ करे, औलाद अपने ढंग नाल सोचती होंदी है। 2-3 साल 4 साल सबनों के परिवारों में एक टकरा पैदा होंदा है। ये कुदरती मेहता कालू के घर में भी पैदा होया। उदों राय बुलार ने बुला के बेबे नानकी नाल गल की कि कितना चंगा हो आप किसी आरे लाइए। चेते रखियो जे बेबे नानकी विचोलण है, भाई जयराम विचोला है। गुरु नानक साहब जी के जीजा जी भाई जयराम जी
ਤੇ ਉਹਨਾਂ ਦੀ ਭੈਣ ਬੇਬੇ ਨਾਨਕੀ ਨੇ ਰਿਸ਼ਤਾ ਕਰਵਾਇਆ ਸੀ। ਜਿਹੜਾ ਮਾਤਾ ਸੁਲੱਖਣੀ ਦਾ ਰਿਸ਼ਤਾ ਹੈ ਉਹ ਬੇਬੇ ਨਾਨਕੀ ਦਾ ਕਰਵਾਇਆ ਹੋਇਆ। ਚੇਤੇ ਰੱਖਿਓ ਜੀ, ਬਟਾਲੇ ਨਗਰ ਤੋਂ ਉਹ ਰਿਸ਼ਤਾ ਕਰਵਾਇਆ ਤੇ ਬੜੇ ਆਨੰਦ ਨਾਲ ਵਿਆਹ ਸ਼ਾਦੀ ਹੋਈ। ਬੇਬੇ ਨਾਨਕੀ ਦੇ ਆਪਣੇ ਕੋਈ ਔਲਾਦ ਨਹੀਂ ਹੈ। ਕਿੰਨਾ ਵੱਡਾ ਸਿਦਕ ਹੋਵੇਗਾ। ਸਮੁੱਚੇ ਇਤਿਹਾਸ ਵਿੱਚੋਂ ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ ਵੀ ਬੇਬੇ ਯਾਦ ਕਰਦੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫੁਲਕਾ ਵੀ ਭੁੱਲ ਜਾਏ ਤਦ ਵੀ ਉਹਨੂੰ ਯਾਦ ਆ ਜਾਂਦੀ ਆਪਣੇ ਵੀਰੇ ਦੀ। ਪਰ ਚੇਤੇ ਰੱਖਿਓ, ਨਹੀਂ ਇੱਕ ਦਿਨ ਵੀ ਇਤਿਹਾਸ ਵਿੱਚ ਜ਼ਿਕਰ ਨਹੀਂ ਜਿਸ ਦਿਨ ਇਹ ਮਨ ਵਿੱਚ ਵਿਚਾਰ ਬਣਾਈ ਹੋਵੇ ਮੈਂ ਆਪਣੇ ਵੀਰੇ ਕੋਲ ਅਰਦਾਸ ਕਰਾਂ, ਬੇਨਤੀ ਕਰਾਂ ਮੇਰੇ ਘਰ 'ਚ ਵੀ ਔਲਾਦ ਹੋ ਜਾਏ। ਦੁਨੀਆ 'ਚ ਚਾਨਣ ਕਰਨ ਵਾਲਿਆ ਤੇਰੀ ਭੈਣ ਦੇ ਘਰ ਖੁੱਦੇ ਹਨੇਰਾ, ਖਾਹਿਸ਼ ਹੀ ਨਹੀਂ ਰਹੀ। ਕਿੱਡਾ ਉਚੇਰਾ ਜੀਵਨ ਚੁੱਕਿਆ ਗਿਆ। ਬੇਬੇ ਨਾਨਕੀ ਜਦੋਂ ਸੁਲਤਾਨਪੁਰ ਲੋਧੀ ਹੈ, ਵਿਆਹ ਸ਼ਾਦੀ ਹੋ ਗਈ ਤੇ ਥੋੜਾ ਤਕਰਾਰ ਰਹਿੰਦਾ। ਰਾਏ ਬੁਲਾਰ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ। ਉਹਨੇ ਬੇਬੇ ਨਾਨਕੀ ਨੂੰ ਇੱਕ ਸੁਨੇਹਾ ਭੇਜਿਆ। ਸੁਨੇਹਾ ਬੜੇ ਧਿਆਨ ਨਾਲ ਸੁਣਿਓ। ਕਹਿਣ ਲੱਗੀ ਧੀਏ, ਜਦੋਂ ਤੇਰਾ ਬਾਪ ਗੁਰੂ ਨਾਨਕ ਸਾਹਿਬ ਨੂੰ ਕੁਛ ਕਹਿੰਦਾ ਹੈ ਨਾ, ਇੱਕ ਪਲ ਮੇਰਾ ਜੀ ਕਰਦਾ ਮੈਨੂੰ ਝਿੜਕਦੇ ਆ, ਕਿਉਂਕਿ ਮੇਰੇ ਕੋਲ ਕੰਮ ਕਰਦੇ ਨੇ। ਪਰ ਦੂਜੇ ਪਾਸੇ ਜਦੋਂ ਮੈਨੂੰ ਚੇਤਾ ਹੁੰਦਾ ਗੁਰੂ ਨਾਨਕ ਸਾਹਿਬ ਦਾ ਪਿਤਾ ਹੈ, ਸੱਚ ਕਰਕੇ ਜਾਣੀ ਮੇਰੇ ਹੱਥ ਜੁੜ ਜਾਂਦੇ ਨੇ। ਮੈਂ ਕਿੰਨੀ ਵਾਰੀ ਮਹਿਤਾ ਕਾਲੂ ਨੂੰ ਕਹਿ ਲਿਆ, ਜਿਹੜੇ ਤੂੰ 20 ਰੁਪਈਆਂ ਦੀ ਗੱਲ ਕਰਨਾ ਵੀ ਇਹ ਸੌਦਾ ਕਰਨ ਵਾਸਤੇ ਲੰਗਰ ਛਕਾ ਆਇਆ, ਮੈਂ ਤੈਨੂੰ ਬੇਨਤੀ ਕਰਨਾ ਉਹ ਇਕੱਲੇ 20 ਰੁਪਈਆਂ ਦੀ ਗੱਲ ਨਹੀਂ, ਤੂੰ ਦੱਸ ਤੈਨੂੰ ਕਿੰਨੇ ਦਿਆਂ। ਮੇਰੀ ਸਮੁੱਚੀ ਤਲਵੰਡੀ, ਮੇਰਾ ਸਾਰਾ ਇਲਾਕਾ ਗੁਰੂ ਨਾਨਕ ਦੇ ਪਾਵਨ ਬਖਸ਼ਿਸ਼ ਦਾ ਸਦਕਾ ਸਾਰਾ ਪਵਿੱਤਰ ਹੈ। ਮੇਰੇ ਕੋਲ ਜੋ ਤੈਨੂੰ ਜੀ ਕਰਦਾ ਉਹ ਗਣਾ ਕੇ ਲੈ ਜਾ, ਪਰ ਵਾਸਤਾ ਜੇ ਰੱਬ ਦਾ ਇਹਨੂੰ ਕੁਛ ਨਾ ਕਮੀ। ਜਿਸ ਦਿਨ ਮੂੰਹ ਤੇ ਚਪੇੜ ਵੀ ਮਾਰੀ ਸੀ ਗੁਰੂ ਨਾਨਕ ਸਾਹਿਬ ਜੀ ਦੇ, ਉਸ ਦਿਨ ਵੀ ਯਾਦ ਰੱਖਿਓ ਜੇ ਮੈਂ ਬੇਨਤੀ ਕਰਾਂ, ਰਾਏ ਬੁਲਾਰ ਦੀਆਂ ਅੱਖਾਂ ਵਿੱਚੋਂ ਕੇਵਲ ਪਾਣੀ ਵਗਦਾ ਰਹਿ ਗਿਆ ਸੀ। ਉਹ ਕਹਿ ਕੁਛ ਨਹੀਂ ਸੀ ਸਕਿਆ। ਤੇ ਅੱਜ ਫਿਰ ਬੇਬੇ ਨਾਨਕੀ ਨੂੰ ਸੁਨੇਹਾ ਭੇਜਿਆ। ਮੈਂ ਕੀ ਕਰਾਂ, ਜੀ ਕਰਦਾ ਮੈਂ ਉਹਨੂੰ ਕੁਛ ਕਵਾਂ ਵੀ ਤੂੰ ਨਾ ਕਹਿ। ਜਦੋਂ ਗੁਰੂ ਨਾਨਕ ਸਾਹਿਬ ਦੀ ਮੰਗਣੀ ਦਾ ਸੁਨੇਹਾ ਲੈ ਕੇ ਮਹਿਤਾ ਕਾਲੂ ਜੀ ਰਾਏ ਬੁਲਾਰ ਨੂੰ ਦੇਣ ਗਏ ਤੇ ਉਦੋਂ ਵੀ ਉਹ ਗੱਲ ਕਹਿ ਬੈਠੇ ਸੀ। ਕਹਿਣ ਲੱਗੇ, ਰਾਏ ਜੀ ਤੁਸੀਂ ਸਾਡੇ ਘਰ ਦਰਸ਼ਨ ਦੇਣੇ, ਤੁਹਾਡੇ ਦਾਸ ਤੁਹਾਡੇ ਸੇਵਕ ਨਾਨਕ ਦੀ ਮੰਗਣੀ ਕਰਨੀ ਹੈ। ਰਾਏ ਬੁਲਾਰ ਖੁੱਲਾ ਉੱਠਿਆ, ਕਹਿਣ ਲੱਗਿਆ, ਵਾਸਤਾ ਜੀ ਰੱਬ ਦਾ, ਮੈਨੂੰ ਤੂੰ ਹਜ਼ਾਰਾਂ ਵਾਰੀ ਕਹਿ ਵੀ ਮੈਂ ਗੁਰੂ ਨਾਨਕ ਦਾ ਦਾਸ ਹੈ, ਮੈਂ ਗੁਰੂ ਨਾਨਕ ਦਾ ਗੋਲਾ ਹੈ, ਮੈਂ ਗੁਰੂ ਨਾਨਕ ਦੇ ਘਰ ਦਾ ਸੇਵਕ ਹੈ, ਮੈਨੂੰ ਹਜ਼ਾਰਾਂ ਵਾਰੀ ਕਹਿ, ਵਾਸਤਾ ਜੀ ਰੱਬ ਦਾ ਕਦੇ ਭੁੱਲ ਕੇ ਵੀ ਜ਼ਬਾਨੋਂ ਬਚਨ ਨਾ ਕਮੀ ਵੀ ਮੈਂ ਗੁਰੂ ਨਾਨਕ ਕਿਸ ਘਰ ਦਾ ਦਾਸ ਹੈ। ਇਤਨਾ ਪਿਆਰ ਕਰਦਾ ਸੀ ਰਾਏ ਬੁਲਾਰ। ਰਾਏ ਬੁਲਾਰ ਨੇ ਸੁਨੇਹਾ ਭੇਜਿਆ, ਨਾਨਕੀ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ। ਬੇਬੇ ਨਾਨਕੀ ਨੇ ਤੇ ਭਾਈ ਜੈ ਰਾਮ ਜੀ ਨੇ ਉਹ ਸਾਰੀ ਵਿਚਾਰ ਕਰਕੇ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾਇਆ। ਮੋਦੀ ਖਾਨੇ ਦੀ ਕਾਰ ਉਹਨਾਂ ਨੇ ਉੱਥੇ ਸ਼ੁਰੂਆਤ ਕੀਤੀ। ਫਿਰ ਚੇਤੇ ਰੱਖਿਓ, ਸਾਡੇ ਸਮਾਜ ਨੇ ਇੱਕ ਬੜਾ ਭੈੜਾ ਨਾਮ ਦਿੱਤਾ ਹੋਇਆ ਦੋ ਰਿਸ਼ਤਿਆਂ ਨੂੰ। ਬਹੁਤ ਭੈੜਾ ਨਾਮ ਦਿੱਤਾ ਦੋ ਰਿਸ਼ਤਿਆਂ ਨੂੰ। ਨੰਬਰ 1, ਭੈਣ ਦੇ ਘਰ ਭਰਾ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਨੰਬਰ 2, ਸਹੁਰੇ ਘਰ ਵਿੱਚ ਜਵਾਈ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਮੈਂ ਉਹ ਕਹਾਵਤ ਨਹੀਂ ਕਹਿਣੀ ਚਾਹੁੰਦਾ। ਗੁਰੂ ਨਾਨਕ ਸਾਹਿਬ ਜੀ ਨੇ ਕੁਝ ਹੀ ਦਿਨ ਭੈਣ ਦੇ ਕੋਲ ਰਹੇ ਤੇ ਮੁੜ ਕੇ ਵਿਚਾਰ ਕੀਤੀ ਵੀ ਨਹੀਂ, ਮੈਂ ਇੱਕ ਵੱਖਰਾ ਘਰ ਲੈਣਾ ਹੈ। ਤੁਸੀਂ ਅੱਜ ਵੀ ਸੁਲਤਾਨਪੁਰ ਲੋਧੀ ਜਾਵੋ ਤੇ ਵੱਖਰਾ ਘਰ ਉਹਨਾਂ ਦਾ ਗੁਰੂ ਨਾਨਕ ਸਾਹਿਬ ਜੀ ਦੀ ਰਿਹਾਇਸ਼ ਹੈ। ਉਹਨਾਂ ਨੇ ਆਖਰਕਾਰ ਆਪਣੇ ਪਰਿਵਾਰ ਨੂੰ ਵੀ ਉੱਥੇ ਬੁਲਾ ਲਿਆ। ਮਾਤਾ ਸੁਲੱਖਣੀ ਜੀ ਵੀ ਸੁਲਤਾਨਪੁਰ ਲੋਧੀ ਆ ਗਏ ਤੇ ਨਾਲ ਉਹਨਾਂ ਦੇ 2 ਭਤੀਜੇ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਉਹ ਵੀ ਇੱਥੇ ਆ ਗਏ। ਬੇਬੇ ਨਾਨਕੀ ਉਹਨਾਂ ਨੂੰ ਵੀ ਬਹੁਤ ਪਿਆਰ ਕਰਦੀ ਹੈ। ਖਿਆਲ ਵਿੱਚ ਰੱਖਿਓ ਜੇ, ਜਿਸ ਦਿਨ ਵੀ ਬੇਬੇ ਨਾਨਕੀ ਨੇ ਲੋਕਾਂ ਦੇ ਉਲਾਮੇ ਆਏ,
पर बेबे नानकी के मन में एक दिन भी ये विचार ना आई किसी तरीके भी मेरे वीरे च भी कोई नुक्स हो सकता है। पूर्ण तौर पर इतबार, पूर्ण तौर पर विश्वास, पूर्ण तौर पर यकीन। मोती खाने की कार करदियां आखिरकार उन्होंने मोती खाने की कार को छड्ड दिता। वो मैं सवेरे जिक्र कर चुका होया, जदों बार बार शंका करता सी राय वो नवाब दौलत खां ते गुरु नानक साहब जी ने मोती खाने की कार को त्याग दिता। घर आके सलाह विचार की बकायदा 760 रुपये हजूर के वाधे च निकले सन उन्होंने वेलिया ते उदों भी बेबे नानकी ने कोई गल ना करी। पर जिस दिन गुरु नानक साहब जी बेई नदी के इशनान करने गए, एक पद में रुकन लगा। एक गल चेता रखियो प्यार वालिओ, गुरु नाल रिश्ता सिर्फ विश्वास करके जुड़ना है। जिन्हों जितने गहरे तल विच विश्वास होगा ना, वो उन्ना गुरु के नेड़े हो जाएगा। इत्थे ना तो खून का रिश्ता है, ना परिवार का रिश्ता है, गुरु नाल कोई रिश्ता नहीं होना। गुरु नाल इको एक रिश्ता है विश्वास का। मैं अपनी धियां बच्चियां नूं बेनती करनी चाहुंदा, सवेरे भी अर्ज की सी भई इस गल नूं बड़ी तवज्जो दे के सुनियो। इतना विश्वास गुरु ते होवे, खास करके जे साडे घरां च किते विश्वास पैदा हो जाए ना, जिहड़ी धी बच्ची है वो 3 परिवारां नूं खुशबू वंडदी है धर्म की। नंबर 1 अपने मापिਆਂ ਦੇ घर, नंबर 2 अपने पति के घर, नंबर 3 औलाद दे विच अपनी आने वाली औलाद विच जिहड़ा विश्वास है वो धी बच्ची भर सकती है। ऐसिया कथा कहानियां बहुत ने। शेख फरीद की माँ ने शेख फरीद को इत्थे तक पहुँचा दिता सी, वो एक इस्त्री का दिता हुआ धर्म है। बीबी अमरों ने गुरु अमरदास जी को जितनी कोई सिक्खी वो कित्थे दी कित्थे पहुँचा दिता सी उन्होंने। एक वखरा विचार है, मैं बेनती करनी चाहना, बस विश्वास पक्का कर लीए। साडे मनां च अज की गुआचिया, साडे कोलों अज सिक्खी भी हुई है, सारा कुछ हुई है, अज विश्वास गुआच गया। अज सगों विश्वास सानूं बहुता चेते रखना चाहिए सी। देखो अगे चुगली करदा सी कोई, साडे पिंड वाला करदा सी, और किन्नी क वड्डी चुगली हुंदी सी। कोई अगे निंदा करदा सी, साडे शहर वाला निंदा करदा सी, जिहड़ा सानूं जाणदा सी, एडी की गल सी। अज तुहाडी निंदा होंदी है फेसबुक के उत्ते सारे मुल्कां दे विच। अज कितनी वड्डी निंदा है, एक घटना हो जाए उसके पिछे सारी दुनिया के कमेंट पढ़ के देखो कितनी वड्डी निंदा है। तो अज तो मैनू बहुता गुरु का विश्वास चाहिए सी भी मैं डोला ना। अज उस्तत भी बहुती है तो निंदा भी बहुती है। अगे तो पिंड के 4 बंदे गल करते सी उस्तत की भी ते निंदा की भी, अज तो सारी दुनिया करती है ना। विश्वास पक्का करने की लोड़ है। गुरु नानक साहब जी सवेरे गए भाई मरदाना जी नाल या सेवक नाल ते कपड़े उतार के वो वेई नदी च गए ने। मूँह हनेरा जांदियां वेखिया, अगलेरी गल बुझारत है, ये गुरु जाने। पर गुरु नानक साहब जी लमेरा समा बाद ना आए तो वह सेवक भजे हुए कपड़े लेके घर जाता, रौला पाउंदा है। तो जदों रौला सुन के सारे लोग इकट्ठे होके आए, जेड़ा काम करता सी छड्ड के भज पे आओ। बेई नदी के किनारे सारी बेई नदी खोल मारी, शाम तक हर पासे जेड़े गुरु नानक दे आउण नाल घर घर विच रोटी पकदी सी ना। याद रखियो वो वक्त ऐसा भी आया गुरु नानक करके सुल्तानपुर लोधी दे एक घर च भी रोटी ना पकी। सारे बेबे नानकी के घर ने तप्पड़ विछा दिते गए, लोग बैठे ने बाहर तक वेड़े तक। हर एक दे मन में कोई विचार है, कोई किसी गल नूं याद करके रो रहा, सतगुरु तेरे करके मेरे बच्चे रोटी खाते सन, सतगुरु तेरे करके मेरे मापियां नूं दवाई मिल गई सी, सतगुरु तेरे करके मैनूं अज एक कोई फिक्र चिंता नहीं सी रहिंदी, सतगुरु तेरे करके मैनूं आसा सी मेरी गरीब दी धी विआही जाएगी,
सतगुरु तेरे करके मैनू भरोसा सी भी मैनू कदे कोई लख गरीब होवां पर मैनू गरीब मार नहीं कोई करेगा। कोई किसी गल नूं याद करके रोंदा है, कोई किसी गल नूं याद करके रोंदा है, पर एक कल्ली बेबे नानकी है जिहड़ी सारियां दे कोल सेवा कर रही। ये तो सबनों पता सी भी बेबे नानकी का सिदक बहुत वड्डा है। हो सकता है हजे ना डोली होवे। दूजा दिन आया, सारी दिहाड़ी नवाब दौलत खां सारियां ने उपराला कर लिया। जदों दूजी शाम भी निराश होके परते ते उदों हुण इकट्ठे बैठ के सियाणे दाने बंदे गल्लां करदे ने। बेबे नानकी की अख तो एक भी अथरू नहीं आया। जे ये ना रोई, ਇਹਦੇ ਕੋਲੋਂ ਇਹ ਸਦਮਾ ਸਹਾਰਿਆ नहीं जाना। कितना चंगा होवे जे एक बारी बिठा के इनू रुवा दईए। मेरा ख्याल है तुहानू मेरा तो वास्ता नहीं है, तुहाडा भी रहा होगा। उदों पिंडां दे विच इहो जी ननान नूं लैके जाया करदियां सी, इहो जी बजुर्ग बीबी नूं लैके जाया करदियां सी। ਉਹ ਇਹੋ ਜਿਹਾ ਬੈਣ ਪਾਉਂਦੀ ਸੀ ਅੱਗੇ ਹੋ ਕੇ ਜਿਹਦੇ ਨਾਲ ਜਿਹੜਾ ਬੰਦਾ ਕਦੇ ਵੀ ਨਹੀਂ ਸੀ ਰੋਇਆ ਉਹ ਵੀ ਰੋ ਉੱਠਦਾ ਸੀ। ਬੇਬੇ ਨਾਨਕੀ ਦੇ ਕੋਲ ਵੀ ਕੁਝ ਸਿਆਣੀਆਂ ਦਾਨੀਆਂ ਬੀਬੀਆਂ ਇਕੱਠੀਆਂ ਹੋ ਕੇ ਉਹਨੂੰ ਕਹਿੰਦੀਆਂ ਨੇ, ਬੇਬੇ ਜਦੋਂ ਵੀ ਆਵਾਜ਼ ਮਾਰਦੀ ਸੀ ਆਪਣੇ ਵੀਰੇ ਨੂੰ ਉਹ ਆ ਜਾਂਦਾ ਸੀ, ਹੁਣ ਨਹੀਂ ਜੀ ਆਉਣਾ। ਬੇਬੇ उधर तेरे बजुर्गों की उम्र लमेरी हो गई ते इधर तेरा वीरा बेई नदी के विच भैने अपने घर कुछ वरत जाता ते गल वखरी सी। तू एडे चाह मलार नाल लेके आई सी, जेड़े मलार चाह नाल लेके आई सी, किवें अपने वीरे की अर्थी भेजेगी वापस तलवंडी। इहो जिहियां गल्लां कीतियां उन्हां बीबियां ने। ਜਿਹੜੇ बाकी लोग बैठे सन वो तो होर भी ज़्यादा कुरला के रोन लग पे। पर हैरानी की गल है, बेबे नानकी की अख तो अथरू नहीं आया। वो बार बार कहदियां ने, बेबे तेनू साडी गल समझ नहीं लगती, तेनू बार बार कहनी है तेरा वीरा डुब गया जे। बेबे नानकी आखिरकार सारियां दी गल्लां बड़े धीरज नाल सुनी जाती सी। हुण प्यार नाल कहन लगी, हो भलिओ तुसीं मैनू कही जांदे हो भी तुहाडीआं गल्लां मैनू क्यों नहीं समझ लगदियां। मैं बार बार कहनी तुहानू मेरी गल क्यों नहीं समझ लगती। कहन लगे तू की कहना चाहुंदी है? कहनी मैं तो इहो ही कहना चाहुंदी और जिहड़ा दुनिया नूं तारन आया है वह आप किवें डुब जाएगा, आप नहीं डुबिया होवेगा, तुहाडी अख दा ओला होवेगा। यकीन करके जाने हो सबना ने उस वेले दा ना विश्वास किया। वो वाली रात लगी है ते तीजा दिन सवेर चढ़ी है ते तीजे दिन भी कुछ सिदकी जेडे सिख ने प्रेमी ने वो बेई नदी के किनारे वालों जा रहे हैं। पर जांदियां वो भज्जे वापस आए बेबे नानकी के घर वालों, अखां चथरू ने। बेबे सारियां दा भरोसा हार गया, बेबे सारियां दा यकीन हार गया, पर तेरा यकीन जित गया। बेबे तेरा वीरा नहीं जे डुबिया, असीं उहनूं इस बेई नदी के किनारे ते फिर तकिया, तेरा विश्वास जित गया। बेबे तेरा वीरा नहीं जे डुबिया, वो दुनिया नूं वाकई तारन आया। यकीन करके जाने हो उदों भी बेबे नानकी नूं बड़ा रब दा शुक्र करके अपने वीरे के दर्शन किए। गुरु नानक साहब जी उस वेले सीधे शमशान भूमि चले गए सन। एक वखरा पक्ष है, पर अज आपां बेबे नानकी की ही गल करनी। वापस आए, घरे तैयारी की, बेबे नानकी ने फिर विचार की, बेबे जो मैं देखिया ना दुनिया को ला उठी, मेरे को बर्दाश्त नहीं होती, मैं जाना है। बेबे नानकी ने सारी घर की जिम्मेवारी संभाली। थोड़ा जहा ध्यान दे के समझो कि मैं बेनती की बार बार, ये 3 दिन हो गए ने घटना घटती नूं।
बेई नदी के किनारे अमृत वेले अखों ओले होना, वो वाला दिन, रात, फिर अगला दिन, फिर रात, फिर तीसरा दिन। ते कुदरती है नेड़े जेड़े जे सारे रिश्तेदार जेड़े सन वो आ गए, उन्होंने सस सहुरा भाई मूल चंद जी ते बीबी चंदो राणी वो भी आए हुए ने, हुण सुल्तानपुर लोधी वो भी पहुंच गए। जदों गुरु नानक साहब जी ने विचार बनाई भी मैं चले जाना है जगत के उधार वास्ते, तो उस वेले भाई मूल चंद ते चंदो राणी बड़ियां तत्तियां ठंडियां गल्लां करदे ने, बड़ा कुछ कहेंगे। गुरु नानक साहब ने तो कोई जवाब ना दिता, पर चेते रखियो बेबे नानकी ने अगे होकर सारिया गल्लां दा जवाब दिता। कहने लगे मासी जी मैं तुहानू कदे कुछ नहीं किया, बड़े अदब नाल मिलदी है, पर अज मैं एक बेनती कर लगी है कि चेता रखियो मेरा वीर उजाड़े का कारण नहीं। मासी जी तुसी अपनी धी नूं पुछ के देखो, सुलखड़ी नूं, भई इहनूं कदे खाण दी, कदे पहनण दी, कदे प्यार दी, कदे संभाल दी, कदे जिम्मेवारी दी कोई गल दी कमी आई होवे, मैं अपने वीरे नूं पुछांगी। पर तुसी इहनूं इवें दीयां गल्लां ना कहो जिवें दीयां तुसी कह रहे हो। याद रखियो जे बेबे नानकी दे बोलां विच एडी वड्डी ताकत हुंदी सी, चंदो राणी भी चुप कर गई ते मूल चंद भी चुप कर गए। हुण गुरु नानक साहब जी ने एक वचन कहा बेबे नानकी नूं, भाई मरदानी नूं भेजिया, कह लगे मरदानिया बेबे नानकी तो 20 रुपये लेके आ। गुरु नानक साहब जी ने भेजे, भाई मरदाना जी गए भी बेबे, गुरु नानक साहब जी ने 20 रुपये मंगाए ने, रबाब लियाउणी है। बेबे नानकी ने 20 रुपये दिते, मैं गल रोकण लगा। बेनती करा, मैं पहलों भी अर्ज की सी धीआं बच्चियां नूं, मान करियो जे नानकी शब्द का बदलिया होया शब्द नानक है। एक एक शब्द में जदों नानक शब्द आता है, तुसी मान करिया करो भी बेबे नानकी कोलों गया हुआ शब्द है। इतना बड़ा मान सत्कार किसी भी धर्म दे विच नहीं। मैं जो गल नहीं करनी तुहाडे नाल, जितना अदब सत्कार गुरु घर की सिक्खी ने, गुरु साहब के दर ने बख्शिश किया। केवल नानकी शब्द ही नानक के नाल नहीं जुड़िया होया। याद रखियो जदों भी गुरु नानक साहब ने दुनिया भर के लोगों को सीधे राहे पाया, धीए बच्चीए बाण कर, उदों रबाब के पैसे दिते हुए बेबे नानकी जे सन, उस रबाब ने हिस्सा पाया। चेते रखो कि अज भी अफगानिस्तान का तुसी नैशनल उन्होंने म्यूजिक इंस्ट्रूमेंट पा के देखो, तो अज भी अफगानिस्तान का जिहड़ा राष्ट्री अज भी उन्होंने म्यूजिक इंस्ट्रूमेंट है ना, तो वह रबाब है। बेबे नानकी के कोलों 20 रुपये लेके भाई मरदाना फिरंदे के कोलों एक नगर का नाम है भैरों आना। भैरों आने नगर के विचों भाई फिरंदे के कोलों और रबाब लेके आए, तो रबाब लेके गुरु नानक साहब सच्चे पातशाह जी जदों चलण लगे, तो उस वेले भी बेबे नानकी ने बड़े अदब सत्कार अपने वीरे नूं बचन कहे सन। कह लगे वीरिया, जदों भी किते किसी जगह ते भी लोड़ पई तो मैं घर की हर जिम्मेवारी निभावांगी, पर तुसी जिस कारज लई चले हो उन्होंने दयानतदारी नाल करके आए। 8.25 साल की पहली उदासी है, 8.25 साल की, कोई थोड़ा समा नहीं होता। 8.25 साल उन्हें बाहर लंबेरा समा गुरु नानक साहब जी ने गुजारिया। बेबे नानकी अते नाल माता
ਸੁਲੱਖਣੀ, ਇਹ ਦੋਵੇਂ ਜਣੇ ਗੱਲਾਂ ਕਰਿਆ ਕਰਨ ਘੰਟਿਆਂ ਬੱਧੀ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਗੱਲ ਹੈ, ਉਹ ਕਹਿੰਦੇ ਇੰਨਾ ਸਮਾਂ ਦੋਨੇ ਵਿਚਾਰਾਂ ਕਿਉਂ ਕਰਦੀਆਂ ਨੇ? ਕਿਉਂਕਿ ਦੋਨਾਂ ਦਾ ਦਰਦ ਸਾਂਝਾ ਹੈ। ਉਹਦਾ ਵੀਰ ਵਿਛੜਿਆ, ਉਹ ਗੱਲ ਤੇ ਆਪਣੇ ਪਤੀ ਦੀ ਕਰਦੀ ਹੈ, ਪਰ ਹੈ ਕਿ ਉਹਦੇ ਭਰਾ ਦੀ ਹੈ ਨਾ। ਜਦੋਂ ਗੱਲ ਬੇਬੇ ਨਾਨਕੀ ਆਪਣੇ ਭਰਾ ਦੀ ਕਰਦੀ ਹੈ, ਤੇ ਚੇਤੇ ਰੱਖਿਓ ਮਾਤਾ ਸੁਲੱਖਣੀ ਦਾ ਤੇ ਪਤੀ ਹੈ ਨਾ, ਦੋਨਾਂ ਦਾ ਦਰਦ ਸਾਂਝਾ ਹੈ। ਬੇਬੇ ਨਾਨਕੀ ਨੇ ਇਸ ਜ਼ਿੰਮੇਵਾਰੀ ਨੂੰ ਵੀ ਨਿਭਾਇਆ, ਆਪਣੇ ਭਤੀਜਿਆਂ ਨੂੰ ਪਾਲਿਆ ਪੂਰਨ ਤੌਰ ਤੇ ਤਨਦੇਹੀ ਦੇ ਨਾਲ। ਤੇ ਆਖਰਕਾਰ ਉਹ ਵਕਤ ਆਇਆ ਜਦੋਂ ਪਹਿਲੀ ਉਦਾਸੀ ਦੇ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਪਸ ਆਏ। ਤੇ ਕਿੱਡੀ ਖਿੱਚ ਹੁੰਦੀ ਹੋਵੇਗੀ, ਤੁਸੀਂ ਸੋਚੋ। ਨਹੀਂ ਤੇ ਆਮ ਕਰਕੇ ਬੰਦਾ ਆਪਣੇ ਪਰਿਵਾਰ ਵਾਲੇ ਪਾਸੇ ਨੂੰ ਜਾਂਦਾ ਹੈ, ਕਿੱਡੀ ਖਿੱਚ ਹੁੰਦੀ ਹੋਵੇਗੀ ਬੇਬੇ ਨਾਨਕੀ ਦੀ। ਗੁਰੂ ਨਾਨਕ ਸਾਹਿਬ ਜੀ 8.25 ਸਾਲਾਂ ਤੋਂ ਬਾਅਦ ਵਿੱਚ ਆਏ, ਨਾ ਉਹ ਮਾਤਾ ਪਿਤਾ ਨੂੰ ਮਿਲਣ ਗਏ, ਨਾ ਉਹ ਆਪਣੇ ਪਰਿਵਾਰ ਨੂੰ ਮਿਲਣ ਗਏ। ਸਭ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਆਪਣੀ ਭੈਣ ਕੋਲ ਗਏ। ਜਦੋਂ ਭੈਣ ਕੋਲ ਗਏ ਤੇ ਬੇਬੇ ਨਾਨਕੀ ਜੀ ਅੱਗੇ ਮਿਲੇ। ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਮੱਥਾ ਟੇਕਣਾ ਚਾਹਿਆ, ਤੇ ਗੁਰੂ ਨਾਨਕ ਸਾਹਿਬ ਜੀ ਨੇ ਗਲਵੱਕੜੀ ਤੇ ਲੈ ਲਿਆ। ਕਹਿਣ ਲੱਗੇ, ਭੈਣੇ ਇਹ ਤੂੰ ਕੀ ਅਨਰਥ ਕਰਨ ਲੱਗੀ ਹੈ? ਤੂੰ ਮੇਰੇ ਤੋਂ ਵੱਡੀ ਹੈ, ਮੈਂ ਤਾਂ ਤੇਰੇ ਪੈਰੀ ਹੱਥ ਲਾਵਾਂ ਇਹ ਤਾਂ ਜੱਚਦਾ ਹੈ, ਪਰ ਤੂੰ ਮੇਰੇ ਪੈਰੀ ਹੱਥ ਕਿਉਂ ਲਾਵੇਂ? ਬੇਬੇ ਨਾਨਕੀ ਨੇ ਇੱਕ ਗੱਲ ਕਹੀ, ਕਹਿਣ ਲੱਗੀ, ਵੀਰਿਆ ਜ਼ਿੰਦਗੀ ਭਰ ਤੂੰ ਮੈਨੂੰ ਕਿਸੇ ਗੱਲੋਂ ਨਹੀਂ ਤਰਸਾਇਆ, ਨਾ ਮੇਰੇ ਪੇਕਿਆਂ ਤਰਸਾਇਆ, ਨਾ ਮੇਰੇ ਸਹੁਰਿਆਂ ਤਰਸਾਇਆ, ਨਾ ਕਦੇ ਤੂੰ ਤਰਸਾਇਆ, ਪਰ ਮੈਨੂੰ ਇੱਕ ਗੱਲ ਤੋਂ ਬੜੇ ਤਰਸਦੀ ਰਹੀ ਹੈ ਸਾਰੀ ਜ਼ਿੰਦਗੀ। ਬੜੀ ਵਾਰੀ ਮਨ ਵਿੱਚ ਭਾਵਨਾ ਆਈ, ਮੈਂ ਤੈਨੂੰ ਵੀਰ ਸਮਝਾਂ ਤੇ ਗਲਵੱਕੜੀ ਚ ਲੈ ਲਾਂ, ਪਰ ਮੈਂ ਤੈਨੂੰ ਵੀਰ ਨਹੀਂ ਨਾ ਸਮਝਦੀ, ਮੈਂ ਤੈਨੂੰ ਪੀਰ ਸਮਝਣੀ ਹੈ। ਜ਼ਿੰਦਗੀ ਭਰ ਤਰਸਦੀ ਰਹੀ, ਕਦੇ ਮੈਂ ਤੇਰੇ ਚਰਨਾਂ ਤੇ ਆਪਣਾ ਮੱਥਾ ਰੱਖਦੀ ਹਾਂ। ਗੁਰੂ ਨਾਨਕ ਸਾਹਿਬ ਨੇ ਗਲਵੱਕੜੀ ਚ ਲੈ ਕੇ ਗੱਲ ਕਹੀ ਸੀ। ਕਹਿਣ ਲੱਗੇ, ਭੈਣੇ ਬੇਬੇ ਯਕੀਨ ਕਰਕੇ ਜਾਣੀ, ਤੂੰ ਮੱਥਾ ਭਾਵੇਂ ਕਦੇ ਨਾ ਰੱਖਿਆ ਹੋਵੇ, ਪਰ ਤੇਰੇ ਸਿਦਕ ਦਾ ਮੈਨੂੰ ਸਿਜਦਾ ਹਰ ਵਕਤ ਹੀ ਮਿਲਦਾ ਰਿਹਾ। ਬੇਨਤੀ ਕਰਾਂ ਪਿਆਰ ਵਾਲਿਓ, ਇੱਕੋ ਹੀ ਅਰਜ਼ ਕੀਤੀ ਸੀ ਬੇਬੇ ਨਾਨਕੀ ਨੇ। ਸਾਰੀ ਜ਼ਿੰਦਗੀ ਜਿਹਨੂੰ ਯਾਦ ਕੀਤਾ ਹੈ, ਤੇ ਉਹਦੇ ਆਖਰੀ ਪਲ ਵੀ ਮੈਂ ਤੁਹਾਡੀ ਜ਼ਿੰਦਗੀ ਨਾਲ ਹੀ ਸਾਂਝੇ ਕਰਨਾ ਚਾਹੁੰਦੀ ਹਾਂ। ਵਕਤ ਆਇਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਦੋਂ ਬੇਬੇ ਨਾਨਕੀ ਦਾ ਅੰਤਮ ਸਮਾਂ ਆਇਆ, ਗੁਰੂ ਨਾਨਕ ਸਾਹਿਬ ਉਦੋਂ ਵੀ ਉਹਨਾਂ ਦੇ ਕੋਲ ਸਨ। ਤੇ ਬੇਬੇ ਨਾਨਕੀ ਚੜ੍ਹਾਈ ਕੀਤੇ ਸੁਲਤਾਨਪੁਰ ਲੋਧੀ। ਕਿੰਨਾ ਕੁ ਪਿਆਰ ਹੋਵੇਗਾ ਪਤੀ ਪਤਨੀ ਦਾ। 3 ਦਿਨਾਂ ਬਾਅਦ ਭਾਈ ਜੈ ਰਾਮ ਜੀ ਚੜ੍ਹਾਈ ਕਰਕੇ, ਅੱਜ ਬੇਬੇ ਨਾਨਕੀ ਚੜ੍ਹਾਈ ਕੀਤੇ, ਤੀਜੇ ਦਿਨ ਭਾਈ ਜੈ ਰਾਮ ਜੀ ਵੀ ਚੜ੍ਹਾਈ ਕਰਕੇ, ਤੇ ਦੋਨਾਂ ਦਾ ਸੰਸਕਾਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ ਸੀ। ਥੋੜੇ ਜਿਹੇ ਮਿੰਟ ਮੈਂ ਇਸ ਲਈ ਬਚਾਏ ਨੇ, ਜਿਹੜੀ ਬੇਨਤੀ ਤੁਹਾਨੂੰ ਕਰਕੇ ਆਇਆ ਸਾਂ ਉਹ ਮੈਂ ਸਾਂਝੀ ਕਰਨੀ ਚਾਹੁੰਦਾ। ਬੇਬੇ ਨਾਨਕੀ ਇੱਕ ਧੀ ਬਣੀ, ਤਾਂ ਮੈਂ ਬੇਨਤੀ ਕਰਾਂ ਪਿਆਰ ਵਾਲਿਓ, ਕਿਤੇ ਅੱਜ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਦੇ ਪੰਨੇ ਸੁਣਾਏ ਜਾਣ। ਬੇਬੇ ਨਾਨਕੀ ਧੀ ਬਣੀ ਤਾਂ ਉਹਨੇ ਘਰ 'ਚ ਝਗੜੇ ਪਾਏ ਨਹੀਂ, ਘਰ ਦੇ ਝਗੜਿਆਂ ਨੂੰ ਨਿਬੇੜਿਆ। ਕਿੱਡਾ ਵੱਡਾ ਮਾਣ ਹੋਵੇਗਾ ਆਪਣੇ ਪਿਤਾ ਦੇ ਉੱਤੇ, ਜਦ ਵੀ ਕਦੇ ਕੋਈ ਘਰ 'ਚ ਤਕਰਾਰ ਹੋਇਆ ਤੇ ਬੇਬੇ ਨਾਨਕੀ ਨੇ ਵਿੱਚ ਪੈ ਕੇ ਉਸ ਤਕਰਾਰ ਨੂੰ ਨਿਬੇੜ ਦਿੱਤਾ। ਉਹਦੇ ਬੋਲਾਂ 'ਚ ਕਿੰਨੀ ਵੱਡੀ ਤਾਕਤ ਹੋਵੇਗੀ, ਉਹਦੀਆਂ ਗੱਲਾਂ 'ਚ ਕਿੰਨੀ ਵੱਡੀ ਤਾਕਤ ਹੋਵੇਗੀ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਮਨਾ ਕੀਤਾ ਤੇ ਬੇਬੇ ਨਾਨਕੀ ਨੇ ਉਦੋਂ ਵੀ ਬੇਨਤੀ ਕੀਤੀ। ਇੱਕ ਵਾਰੀ ਵੀ ਅਜਿਹਾ ਵਕਤ ਨਹੀਂ ਆਇਆ
ਉਹਨੇ ਆਪਣੇ ਵੀਰੇ ਤੋਂ ਉਲਟ ਕਦੇ ਕਿਸੇ ਦੂਜੇ ਦੀ ਹਮਾਇਤ ਕੀਤੀ ਹੋਵੇ, ਆਪਣੇ ਵੀਰੇ ਦੀਆਂ ਗੱਲਾਂ ਦੀ ਹਮਾਇਤ ਕੀਤੀ। ਕਿੱਡੀ ਵੱਡੀ ਜਾਨ ਹੋਵੇ ਜੀ ਉਦੋਂ ਉਹਦੇ ਵਿੱਚ, ਉਹਨਾਂ ਬੋਲਾਂ ਵਿੱਚ। 9 ਸਾਲ ਦੇ ਸਨ ਗੁਰੂ ਨਾਨਕ ਸਾਹਿਬ ਜੀ ਜਦੋਂ ਪੰਡਿਤ ਹਰਦਿਆਲ ਤੇ ਸਮੁੱਚੇ ਸਮਾਜ ਦੀ ਜ਼ਬਾਨ ਬੰਦ ਕਰ ਦਿੱਤੀ ਗੁਰਦੇਵ ਸੱਚੇ ਪਾਤਸ਼ਾਹ ਨੇ। ਤੇ ਚੇਤੇ ਰੱਖਿਓ, ਉਦੋਂ ਇੱਕ ਵੀ ਅਜਿਹਾ ਨਹੀਂ ਸੀ ਜਿਹੜਾ ਬੇਬੇ ਨਾਨਕੀ ਦੇ ਨਾਲ ਇਸ ਤਰ੍ਹਾਂ ਦੀ ਗੱਲ ਕਰ ਸਕਦਾ ਹੋਵੇ। ਜੇ ਬੇਬੇ ਨਾਨਕੀ ਧੀ ਬਣੀ ਤਾਂ ਉਹਨਾਂ ਨੇ ਹਰ ਫਰਜ਼ ਪੂਰਾ ਕੀਤਾ। ਕਿਸੇ ਤਰ੍ਹਾਂ ਦੀ ਇੱਕ ਵੀ ਉਲਾਮਾ ਨਹੀਂ ਹੈ। ਜੇ ਉਹ ਭੈਣ ਬਣੀ ਤੇ ਮੈਨੂੰ ਨਹੀਂ ਆਸ ਦੁਨੀਆ ਦੀ ਇਹੋ ਜਿਹੀ ਕੋਈ ਭੈਣ ਹੋਵੇ ਜਿਹੜੀ ਇੰਨੀ ਵੀਰੇ ਨੂੰ ਯਾਦ ਕਰਦੀ ਹੋਵੇ। ਅਸੀਂ ਤੇ ਬੜੀ ਵੱਡੀ ਮੁਸ਼ਕਲ ਹੈ ਸਾਡੇ ਲਈ। ਅਸੀਂ ਤੇ ਗੁਰੂ ਵਰਗੀ ਰੰਗਤ ਵਿੱਚ ਆਪਣੇ ਆਪ ਨੂੰ ਰੰਗਣਾ ਸੀ, ਪਰ ਅਸੀਂ ਗੁਰੂ ਨੂੰ ਹੀ ਆਪਣੀ ਰੰਗਤ ਵਿੱਚ ਰੰਗ ਲਿਆ। ਅਸੀਂ ਰੱਖੜੀਆਂ ਬੰਨ੍ਹਣੀਆਂ ਨਹੀਂ ਛੱਡ ਸਕੇ। ਅਸੀਂ ਗੁਰੂ ਨਾਨਕ ਦੇ ਹੱਥ 'ਤੇ ਰੱਖੜੀ ਬੰਨ੍ਹ ਦਿੱਤੀ। ਮੈਂ ਬੇਨਤੀ ਕਰਨੀ ਚਾਹੁੰਦਾ, ਉਹ ਭਲਿਓ ਗੁਰੂ ਨਾਨਕ ਦੀ ਭੈਣ ਦਾ ਪਿਆਰ ਰੱਖੜੀ ਵਾਲਾ ਪਿਆਰ ਨਹੀਂ ਸੀ। ਉਹਦਾ ਪਿਆਰ ਉਹ ਸੀ ਜਿਹੜਾ ਦਿਲੋਂ ਤੇ ਸਿਦਕ ਵਾਲਾ ਪਿਆਰ ਹੁੰਦਾ। ਜੇ ਉਹ ਭੈਣ ਬਣੀ ਤੇ ਇਹੋ ਜਿਹੀ ਭੈਣ ਬਣੀ, ਗੱਲ ਗੱਲ ਵਿੱਚ ਉਹਨੂੰ ਆਪਣੇ ਵੀਰੇ ਦਾ ਚੇਤਾ ਆਉਂਦਾ ਹੈ। ਜੇ ਉਹ ਪਤਨੀ ਬਣੀ ਤਾਂ ਇਹੋ ਜਿਹੀ ਪਤਨੀ ਬਣੀ ਜਿਹਨੇ ਸੁਲਤਾਨਪੁਰ ਲੋਧੀ ਜਾ ਕੇ ਇਹ ਗੱਲ ਪ੍ਰਗਟ ਕਰ ਦਿੱਤੀ ਭਈ ਜੇ ਕਿਸੇ ਨੇ ਆਪਣੇ ਘਰ ਪਰਿਵਾਰ ਦਾ ਸੁੱਖ ਲੈਣਾ ਹੋਵੇ ਤੇ ਉਹਦਾ ਜੀਵਨ ਇਹੋ ਜਿਹਾ ਗੁਣਾਂ ਨਾਲ ਸ਼ਿੰਗਾਰਿਆ ਹੋਣਾ ਚਾਹੀਦਾ ਹੈ। ਕਦੇ ਐਸਾ ਉਲਾਮਾ ਨਹੀਂ ਹੋਣ ਦਿੱਤਾ। ਕਿੰਨੇ ਲੋਕ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਆਉਂਦੇ ਹੋਣਗੇ, ਕਿੰਨੇ ਵਿਚਾਰ ਚਰਚਾ ਹੁੰਦੀ ਹੋਵੇਗੀ। ਆਮ ਕਰਕੇ ਸਾਡੇ ਘਰਾਂ 'ਚ 4 ਦਿਨ ਮਹਿਮਾਨ ਆਵੇ, ਹਾਲਾਂਕਿ ਇੰਨੀਆਂ ਸੁੱਖ ਸਹੂਲਤਾਂ ਨੇ ਅੱਜ ਤਾਂ, ਫਿਰ ਵੀ ਅਸੀਂ ਕੋਸ਼ਿਸ਼ ਕਰਨੇ ਹੈ ਭਈ ਮੇਰਾ ਸਮਾਂ ਨਿੱਤ ਦਾ ਆਉਣਾ ਜਾਣਾ ਘਰ ਪਰਿਵਾਰ ਨੂੰ ਤੰਗ ਕਰ ਲੈਂਦਾ, ਕਿਉਂਕਿ ਰੋਜ਼ ਦਿਹਾੜੇ ਪ੍ਰਸ਼ਾਦਾ ਪਾਣੀ ਬਣਾਉਣਾ। ਗੁਰੂ ਨਾਨਕ ਸਾਹਿਬ ਦੇ ਘਰ ਕਿੰਨੇ ਲੋਕ ਆਉਂਦੇ ਹੋਣਗੇ ਵਿਚਾਰ ਚਰਚਾ ਕਰਨ ਵਾਸਤੇ, ਪਰ ਬੇਬੇ ਨਾਨਕੀ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਕਦੇ ਐਸਾ ਅਹਿਸਾਸ ਨਹੀਂ ਸੀ ਹੋਣ ਦਿੱਤਾ ਭਈ ਗੁਰੂ ਨਾਨਕ ਨੂੰ ਮਿਲਣ ਵਾਲਿਆਂ ਦੇ ਆਉਣਾ ਬੇਬੇ ਨਾਨਕੀ ਨੂੰ ਪਸੰਦ ਨਹੀਂ। ਜੇ ਪਤਨੀ ਬਣੀ ਤੇ ਇਹੋ ਜਿਹੀ ਪਤਨੀ ਬਣੀ। ਜੇ ਭੂਆ ਬਣੀ, ਬਾਬਾ ਸ਼੍ਰੀ ਚੰਦ ਤੇ ਲక్ష్ਮੀ ਦਾਸ ਜੀ ਜੇ ਭੂਆ ਬਣੀ ਤੇ ਇਤਨੇ ਪਿਆਰ ਨਾਲ ਉਹਨਾਂ ਨੂੰ ਪਾਲਿਆ, ਬੇਬੇ ਨਾਨਕੀ ਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ ਭਈ ਮੇਰੇ ਆਪਣੇ ਘਰ ਵਿੱਚ ਔਲਾਦ ਨਹੀਂ। ਇੱਕ ਦਿਨ ਵੀ ਔਕਾ ਨਹੀਂ ਭਰਿਆ। ਜੇ ਉਹ ਨਨਾਣ ਬਣੀ ਤੇ ਇਹੋ ਜਿਹੀ ਨਨਾਣ ਬਣੀ, ਉਹ ਨਨਾਣ ਭਰਜਾਈ ਦੇ ਟਕਰਾਰ ਵਾਲੇ ਰਿਸ਼ਤੇ ਤਾਂ ਬੜੇ ਨੇ। ਸਮਾਂ ਹੋ ਗਿਆ, ਮੈਂ ਫਿਰ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਮੈਂ ਅਕਸਰ ਇਹ ਆਨੰਦ ਕਾਰਜਾਂ 'ਤੇ ਵੀ ਗੱਲ ਕਰਨਾ ਹੈ ਭਈ ਇਹ ਸਾਡੇ ਸਮਾਜ ਨੇ ਇਹੋ ਜਿਹੀ ਸਿੱਖਿਆ ਦੇ ਦਿੱਤੀ, ਨਿੰਮ ਦਾ ਲਿਆ ਦੇ ਘੋਟਣਾ, ਨਿੰਮ ਦਾ ਲਿਆ ਦੇ ਘੋਟਣਾ, ਸੱਸ ਕੁੱਟਣੀ ਸੰਦੂਕਾਂ ਉਹਨੇ। ਸਾਡੇ ਸਮਾਜ ਨੇ ਪਹਿਲੇ ਦਿਨ ਤੋਂ ਉਸ ਬੱਚੀ ਦੇ ਕੰਨਾਂ 'ਚ ਸ਼ਬਦ ਪਾ ਦਿੱਤੇ, ਉਹਨੂੰ ਆਪਣੀ ਸੱਸ ਪਹਿਲੇ ਦਿਨ ਤੋਂ ਹੀ ਜ਼ਹਿਰ ਵਰਗੀ ਲੱਗਣ ਲੱਗ ਪਈ। ਜੇ ਕਿਤੇ ਗੁਰਬਾਣੀ ਦੇ ਰਿਸ਼ਤੇ ਗੁਰ ਇਤਿਹਾਸ ਵਿੱਚੋਂ ਆਪਣੇ ਬੱਚਿਆਂ ਨੂੰ ਇਤਿਹਾਸ ਸੁਣਾਇਆ ਹੁੰਦਾ ਭਈ ਨਹੀਂ ਭਲੀਏ ਸੱਸ ਬਣਨਾ ਤੇ ਮਾਂ ਗੁਜਰ ਕੌਰ ਵਰਗੀ ਬਣੀ, ਸੱਸ ਬਣਨਾ ਤੇ ਮਾਤਾ ਗੰਗਾ ਵਰਗੀ ਸੱਸ ਬਣ ਕੇ ਵੇਖੀ। ਇੱਕ ਵੱਖਰਾ ਪੱਖ ਹੈ, ਮੈਂ ਨੇੜੇ ਬੇਨਤੀ ਕਰਾਂ, ਨਨਾਣ ਭਰਜਾਈ ਦੇ ਰਿਸ਼ਤੇ ਨੂੰ ਵੀ ਇੰਨਾ ਜ਼ਿਆਦਾ ਦੁਨੀਆ ਵਿੱਚ ਮਲੀਨ ਕਰਕੇ ਰੱਖ ਦਿੱਤਾ। ਪਰ ਜੇ ਕਿਤੇ ਬੇਬੇ ਨਾਨਕੀ ਤੇ ਮਾਤਾ ਸੁਲੱਖਣੀ ਦੇ ਨਨਾਣ ਭਰਜਾਈ ਦੇ ਰਿਸ਼ਤੇ ਨੂੰ ਸਾਡੇ ਘਰਾਂ 'ਚ ਦੱਸਿਆ ਹੁੰਦਾ ਨਾ, ਤੇ ਅਸੀਂ ਮਿਸਾਲਾਂ ਦਿੰਦੇ ਸਾਡਾ ਜਿਹੜਾ ਨਨਾਣ ਭਰਜਾਈ ਦਾ ਪਿਆਰ ਉਹ ਸੋਹਣੀ ਮਹੀਵਾਲ ਦੀ ਵਰਗੀ ਨਨਾਣ ਵਰਗਾ ਨਹੀਂ ਹੈ। ਸਾਡੇ ਘਰ ਦਾ ਨਨਾਣ ਭਰਜਾਈ ਦਾ ਪਿਆਰ ਤੇ ਮਾਤਾ ਸੁਲੱਖਣੀ ਤੇ ਬੇਬੇ ਨਾਨਕੀ ਵਰਗਾ ਹੁੰਦਾ ਹੈ। ਜੇ ਉਹ ਸਿੱਖ ਬਣੀ, ਜੇ ਉਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿੱਖ ਬਣੀ ਤਾਂ ਇਤਨੀ ਸਿਦਕ ਵਾਲੀ ਸਿੱਖ ਬਣੀ, ਜ਼ਿੰਦਗੀ 'ਚ ਉਹਨੂੰ ਕਦੇ ਵੀ ਇੱਕ ਵਾਰੀ ਵੀ ਆਪਣੇ ਵੀਰੇ ਤੇ ਸ਼ੰਕਾ ਨਾ ਹੋਇਆ, ਗੁਰੂ ਤੇ ਸ਼ੱਕ ਨਾ ਹੋਇਆ। ਪੂਰਨ ਮੁਕੰਮਲ ਤੌਰ ਤੇ ਉਹਨੇ ਗੁਰੂ ਘਰ ਦੇ ਵਿੱਚ ਵਿਸ਼ਵਾਸ ਬਣਾਇਆ। ਜਿਤਨੇ ਵੀ ਰਿਸ਼ਤੇ ਬੇਬੇ ਨਾਨਕੀ ਦੇ ਸਾਹਮਣੇ ਆਏ, ਉਹਨੇ ਹਰੇਕ ਰਿਸ਼ਤੇ ਨੂੰ ਬੜੀ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਨਿਭਾਇਆ। ਅੱਜ ਲੋੜ ਹੈ ਸਾਡੇ ਘਰ ਪਰਿਵਾਰਾਂ ਵਿੱਚ
ਅੱਜ ਲੋੜ है साडे विचारां विच इहो ਜਿਹੇ रिश्तियां नूं लै के गल करनी। बेबे नानकी ने एक समुचा जीवन साडियां अखां दे सामने रखिया, साडे जीवन विच रखिया, ताकि असीं इन्हां गल्लां नूं सिख सकीए। बेबे सिदक दा अज सुल्तानपुर लोधी नहीं, धरती के किनारे ते जिथे भी किते कोई गुरसिख बैठा है वो इस प्यार को समझदा है, इस गल को समझदा है। गुरु नानक साहब जी का प्रकाश पर्व मना रहे सतसंगी प्यारिओ, ये अपने मन में जरूर चेता रखियो जे इहदे नाल नाल मैं बेबे नानकी के सिदक की भी गल की है। जे साडे घरां विच इहो जिहा सिदक पैदा हो जाए, पति पत्नी का प्यार इहो जिहा पैदा हो जाए, भैन भरावां का प्यार इहो जिहा पैदा हो जाए, धी बाप का प्यार इहो जिहा पैदा हो जाए, संसार के लगे हुए कलंक उतर सकते हैं। अज असीं सारे रिश्तियां नूं मैड़ा कर लिया, पर बेबे नानकी के जीवन तो सेध लईए तो मैनूं पूर्ण आस है हर घर में जे किते बेबे नानकी नूं मन्नण वाली होवेगी ना, तो कल्ला घर नहीं साडा हर नगर भी सुल्तानपुर लोधी वर्गा बन जाएगा, जिथे कदे कोई गरीब भुखा नहीं सौंदा, जिथे किसी के हौंके नहीं सुनने नूं मिलदे, घर घर विचों लोकां दे हासे सुनने नूं मिलणगे। इतनियां बेनतियां कबूल करना, होइयां बेअंत प्रकार दीयां भुलां नूं खिमा बख्शिश करनी, गुरु चरणों में अरदास करना, साहिब अगाह वास्ते समर्थ प्रदान करना। पिछले लमेरे समय तो तुहाडे चरणों में हाज़री भरदा आ रहा, बड़ा आनंद माणिया। धन गुरु ग्रंथ साहिब जी का, समुची संगत का, पिछली प्रबंधक कमेटी का ते मौजूदा कमेटी का दिलों धन्नवादी है। एक हफ्ता मेरा तुहाडे नाल बाकी साझा रह गया है। 25 तरीक को मैं तुहाडे कोलों आग्या ले लेनी है। इतना लवेरा समा मैं तुहाडे च नहीं सी कदे विचरिया, पर मैनूं हुण पता लग्या नेड़े आके तुहाडे दिलों दे विच सिੱਖੀ प्रति दर्द, तुहाडा गुरु नाल प्यार ते मालिक ने तुहानूं हर पक्षों शाह बनाया। ये मैं जरूर बेनती करांगा भी आउण वाले समय नूं कौमी मुश्किलों नूं अपने दिमाग में रख के अपने बच्चों को संभालने लई चंगे चंगे प्रोग्राम उलीकीए, ताकि असी अपनी कौम के लिए ये किसी गरीब की तो गल छड्डीए कि शाहां दे घरों ये आस होनी चाहिए है कि कदे कोई आस की किरण इत्थों फुटेगी तो आने वाले समय लिए साडी कौम लिए एक चंगी चानण मुनारा बनेगी। भुल्लां चुक्कां दी खिमा, सारिਆਂ ਦਾ धन्यवाद। प्यार सत्कार नाल आखो जी वाहिगुरू जी का खालसा वाहिगुरू जी की फतेह।